ਪਿਆਰੇ ਵਿਦਿਆਰਥੀਓ, ਮੈਂ ਤੁਹਾਡੇ ਨਾਲ ਅਕਾਊਂਟਿੰਗ, ਬੁੱਕਕੀਪਿੰਗ, ਅਕਾਊਂਟੈਂਸੀ ਦੇ ਨਾਲ ਸੰਬੰਧਿਤ ਲੈਕਚਰਾਂ ਦੀ ਇੱਕ ਲੜੀ ਸ਼ੁਰੂ ਕਰਨ ਜਾ ਰਹੇ ਹਾਂ। ਅੱਜ ਪਹਿਲੇ ਲੈਕਚਰ ਦੇ ਵਿੱਚ ਆਪਾਂ ਇੰਟਰੋਡਕਸ਼ਨ ਕਰਾਂਗੇ, ਜਿਸ ਦੇ ਵਿੱਚ ਬੁੱਕਕੀਪਿੰਗ, ਅਕਾਊਂਟਿੰਗ, ਅਕਾਊਂਟੈਂਸੀ ਦਾ ਮੀਨਿੰਗ ਦੇਖਾਂਗੇ ਕੀ ਹੈ, ਔਰ ਨਾਲ ਦੀ ਨਾਲ ਅਸੀਂ ਇਹ ਵੀ ਦੇਖਾਂਗੇ ਇਹਦੀਆਂ ਬ੍ਰਾਂਚਸ ਕਿਹੜੀਆਂ ਨੇ, ਇਹਦੇ ਆਬਜੈਕਟਿਵਸ ਕਿਹੜੇ ਨੇ। ਤੋਂ ਬੁਨਿਆਦੀ ਤੌਰ ਤੇ ਜਿਹੜਾ ਇੰਟਰੋਡਕਸ਼ਨ ਵਾਲਾ ਹਿੱਸਾ ਹੈਗਾ ਬੁੱਕਕੀਪਿੰਗ, ਅਕਾਊਂਟਿੰਗ ਔਰ ਅਕਾਊਂਟੈਂਸੀ ਦਾ, ਜਿਹੜਾ ਕਿਸੇ ਵੀ ਉਸ ਵਿਦਿਆਰਥੀ ਲਈ ਬਹੁਤ ਜ਼ਰੂਰੀ ਹੈ ਸਿੱਖਣਾ ਸਮਝਣਾ, ਜਿਸ ਨੇ ਕਾਮਰਸ ਦੇ ਵਿੱਚ ਸ਼ੁਰੂਆਤ ਕਰਨੀ ਆ, ਤਾਂ ਉਹ ਇਸ ਤੋਂ ਬਿਨਾਂ ਅੱਗੇ ਨਹੀਂ ਵੱਧ ਸਕਦਾ। ਇੱਕ ਸਮਾਂ ਸੀ ਜਦੋਂ ਅਕਾਊਂਟਿੰਗ ਦੀ ਕੋਈ ਜ਼ਰੂਰਤ ਨਹੀਂ ਸੀ ਹੁੰਦੀ, ਕਿਸੇ ਬੁੱਕਕੀਪਿੰਗ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਸੀ। ਮਨੁੱਖ ਦੀਆਂ ਲੋੜਾਂ ਸੀਮਤ ਸੀ। ਉਹ ਬੁਨਿਆਦੀ ਤੌਰ 'ਤੇ ਅਸੀਂ ਇਹ ਕਹਿ ਰਹੀਏ ਕਿਸੇ ਵੀ ਤਰ੍ਹਾਂ ਨਾਲ ਵਿਕਸਿਤ ਨਹੀਂ ਸੀ ਹੈਗਾ। ਜੰਗਲਾਂ ਦੇ ਵਿੱਚ ਮਨੁੱਖ ਰਹਿੰਦਾ ਸੀਗਾ। ਉੱਥੇ ਜੰਗਲਾਂ 'ਚ ਮਾੜਾ ਮੋਟਾ ਉਹਨੇ ਜਾਨਵਰਾਂ ਦਾ ਸ਼ਿਕਾਰ ਕਰਨਾ, ਕੋਈ ਪੱਤੇ ਖਾ ਲੈਣੇ, ਕੋਈ ਉੱਥੋਂ ਹੀ ਹੋਰ ਚੀਜ਼ਾਂ ਵਸਤਾਂ ਖਾ ਕੇ ਉਹਦਾ ਜੀਵਨ ਨਿਰਵਾਹ ਹੋਈ ਜਾਂਦਾ ਸੀ। ਜਿਵੇਂ ਜਿਵੇਂ ਵਿਕਾਸ ਹੋਇਆ, ਮਨੁੱਖਤਾ ਦਾ ਵਿਕਾਸ ਹੋਇਆ, ਮਾਨਵਤਾ ਦਾ ਵਿਕਾਸ ਹੋਇਆ, ਤਿਵੇਂ ਤਿਵੇਂ ਸਾਡੀਆਂ ਲੋੜਾਂ ਉਤਪੰਨ ਹੋਣ ਲੱਗੀਆਂ। ਵਸਤੂ ਵਟਾਂਦਰਾ ਪ੍ਰਣਾਲੀ ਹੋਂਦ ਵਿੱਚ ਆਈ। ਵਸਤੂ ਵਟਾਂਦਰਾ ਪ੍ਰਣਾਲੀ ਕੀ ਸੀ? ਇੱਕ ਵਿਅਕਤੀ ਕੋਲੇ ਇੱਕ ਚੀਜ਼ ਹੈ, ਦੂਜੇ ਕੋਲੇ ਦੂਜੀ ਚੀਜ਼ ਹੈ। ਉਸ ਨੇ ਆਪਣੀ ਲੋੜ ਦੀ ਵਸਤੂ ਦੂਜੇ ਤੋਂ ਲੈ ਲਈ ਤੇ ਉਸ ਦੀ ਲੋੜ ਦੀ ਵਸਤੂ ਉਸ ਨੂੰ ਦੇ ਦਿੱਤੀ। ਇਸ ਤਰੀਕੇ ਨਾਲ ਕੀ ਹੋਇਆ, ਵਟਾਂਦਰਾ ਪ੍ਰਣਾਲੀ ਦਾ ਆਗਾਜ਼ ਹੋਣ ਨਾਲ ਥੋੜ੍ਹਾ ਬਹੁਤਾ ਰਿਕਾਰਡ ਰੱਖਣ ਦਾ ਆਗਾਜ਼ ਹੋਣ ਲੱਗਿਆ, ਸ਼ੁਰੂਆਤ ਹੋਣ ਲੱਗੀ, ਕਿਉਂਕਿ ਇਸ ਤੋਂ ਪਹਿਲਾਂ ਕੋਈ ਰਿਕਾਰਡ ਰੱਖਣ ਦੀ ਜ਼ਰੂਰਤ ਹੀ ਨਹੀਂ ਸੀ ਪੈਂਦੀ। ਫਿਰ ਕੀ ਹੋਇਆ, ਬਾਈਬਲ ਦੇ ਵਿੱਚ ਜ਼ਿਕਰ ਆਉਂਦਾ ਅਕਾਊਂਟਿੰਗ ਦਾ। ਇਸ ਤਰ੍ਹਾਂ ਜਿਹੜੀ ਬੜੀ ਪੁਰਾਣੀ ਪ੍ਰਾਚੀਨ ਕਿਤਾਬ ਅਸੀਂ ਮੰਨਦੇ ਹਾਂ, ਚਾਣਕਿਆ ਦੀ, ਕੌਟਲਿਆ ਜਿਸ ਨੂੰ ਆਖਦੇ ਹਾਂ ਅਸੀਂ, ਅਰਥ ਸ਼ਾਸਤਰਾ, ਉਹਦੇ ਵਿੱਚ ਵੀ ਜ਼ਿਕਰ ਆਉਂਦਾ ਅਕਾਊਂਟਿੰਗ ਦਾ। ਪਰ ਇਹ ਅਕਾਊਂਟਿੰਗ ਉਸ ਵੇਲੇ ਰॉ ਫਾਰਮ ਦੇ ਵਿੱਚ ਸੀ। ਜਿਹੜੀ ਅੱਜ ਅਸੀਂ ਅਕਾਊਂਟਿੰਗ ਪੜ੍ਹ ਰਹੇ ਹਾਂ, ਇਹ ਤਾਂ ਅਸੀਂ ਆਖ ਸਕਦੇ ਹਾਂ ਕਿ ਉਹਨਾਂ ਸਮਿਆਂ ਤੋਂ ਉਸ ਅਕਾਊਂਟਿੰਗ ਦਾ ਮੁੱਢ ਵੱਜਿਆ। ਪਰ ਜਿਹੜੀ ਮਾਡਰਨ ਅਕਾਊਂਟਿੰਗ ਤੁਸੀਂ ਪੜ੍ਹਨੀ ਆ, ਜਿਹੜੀ ਅਕਾਊਂਟਿੰਗ ਸਾਡਾ ਸਾਰਾ ਕਾਮਰਸ ਦਾ ਸਟੂਡੈਂਟ ਪੜ੍ਹਦਾ, ਉਹ ਮਾਡਰਨ ਅਕਾਊਂਟਿੰਗ ਦੀ ਜਿਹੜੀ ਸਾਨੂੰ ਖੋਜ ਹੈ ਜਦੋਂ ਅਸੀਂ ਕਰਦੇ ਹਾਂ, ਤਾਂ ਉਸ ਦਾ ਮੁੱਢ ਬਣਦਾ ਲੂਕਾ ਪੈਕੌਲੀ ਤੋਂ। ਲੂਕਾ ਪੈਕੌਲੀ ਇੱਕ ਇਟਲੀ ਦਾ ਫਿਲਾਸਫਰ ਸੀ, ਮੈਥੇਮੈਟੀਸ਼ੀਅਨ ਹੈਗਾ ਸੀ, ਜਿਸ ਨੇ ਇਹ ਅਕਾਊਂਟਿੰਗ ਦਾ ਕਨਸੈਪਟ ਦਿੱਤਾ। ਉਸ ਨੇ ਡਬਲ ਐਂਟਰੀ ਸਿਸਟਮ ਬਾਰੇ ਆਪਣੀ ਇੱਕ ਪੁਸਤਕ ਲਿਖੀ, ਜਿਸ ਦੇ ਵਿੱਚ ਉਸ ਨੇ ਦੱਸਿਆ ਕਿ ਸਾਰੇ ਵਪਾਰ ਦੇ ਖਾਤੇ ਕਿਵੇਂ ਰੱਖਣੇ ਨੇ, ਕਿਵੇਂ ਵਪਾਰ ਦਾ ਹਿਸਾਬ ਕਿਤਾਬ ਰੱਖਣਾ, ਕਿਵੇਂ ਵਪਾਰ ਨੂੰ ਅਸੀਂ ਅਕਾਊਂਟ ਫਾਰ ਕਰਦੇ ਹੋਏ ਇਹ ਜਾਣਨਾ ਕਿ ਸਾਨੂੰ ਵਪਾਰ ਫਾਇਦੇਮੰਦ ਹੈ ਜਾਂ ਨਹੀਂ ਹੈ। ਤੋ ਲੂਕਾ ਪੈਕੌਲੀ ਜੋ ਇਟਲੀ ਦਾ ਮੈਥੇਮੈਟੀਸ਼ੀਅਨ ਸੀਗਾ, ਜੋ ਇਟਲੀ ਦਾ ਫਿਲਾਸਫਰ ਸੀ, ਉਸ ਨੂੰ ਅਸੀਂ ਅਕਾਊਂਟਿੰਗ ਦੇ ਜਾਂ ਮਾਡਰਨ ਅਕਾਊਂਟਿੰਗ ਦੇ ਪਿਤਾਮਾ ਦੇ ਨਾਮ ਨਾਲ ਜਾਣਦੇ ਹਾਂ। ਸਾਰੀ ਅਕਾਊਂਟਿੰਗ ਦੇ ਵਿੱਚ ਅਸੀਂ ਇੱਕ ਡੈਬਿਟ ਤੇ ਕ੍ਰੈਡਿਟ ਪੜ੍ਹਾਂਗੇ। ਜਦੋਂ ਵੀ ਅਕਾਊਂਟਿੰਗ ਕਰਾਂਗੇ, ਡੈਬਿਟ ਕ੍ਰੈਡਿਟ ਤੋਂ ਬਿਨਾਂ ਅਕਾਊਂਟਿੰਗ ਨਹੀਂ ਹੁੰਦੀ। ਤਾਂ ਡੈਬਿਟ ਤੇ ਕ੍ਰੈਡਿਟ ਨੂੰ ਪੈਕੌਲੀ ਨੇ ਡੈਬਿਟੋ ਅਤੇ ਕ੍ਰੈਡਿਟੋ ਆਖਿਆ, ਜਿਸ ਤੋਂ ਅੰਗਰੇਜ਼ੀ ਭਾਸ਼ਾ ਜਦੋਂ ਅਸੀਂ ਮੁੜ ਕੇ ਲਿਆਂਦਾ ਤਾਂ ਅਸੀਂ ਉਸ ਨੂੰ ਡੈਬਿਟ ਅਤੇ ਕ੍ਰੈਡਿਟ ਆਖਣ ਲੱਗ ਪਏ। ਇਹ ਡੈਬਿਟ ਕ੍ਰੈਡਿਟ ਹੀ ਸਾਰੀ ਅਕਾਊਂਟਿੰਗ ਦਾ ਧੁਰਾ ਹੈ, ਜਿਹਦੇ ਬਾਰੇ ਮੈਂ ਅਗਲੇ ਲੈਕਚਰ ਵਿੱਚ ਗੱਲ ਕਰਾਂਗਾ। ਤੋ ਸਾਨੂੰ ਸਿਰਫ ਤੇ ਸਿਰਫ ਹੁਣ ਯਾਦ ਕੀ ਰੱਖਣਾ ਕਿ ਮਾਡਰਨ ਅਕਾਊਂਟਿੰਗ ਦਾ ਪਿਤਾਮਾ ਲੂਕਾ ਪੈਕੌਲੀ ਨੂੰ ਆਖਿਆ ਜਾਂਦਾ, ਜਿਸ ਨੇ 1494 ਦੇ ਵਿੱਚ, ਸਾਲ ਜਿਹੜਾ ਸੀਗਾ 1494 ਦੇ ਵਿੱਚ ਅਕਾਊਂਟਿੰਗ ਦਾ ਸਾਨੂੰ ਕਨਸੈਪਟ ਦਿੱਤਾ, ਡਬਲ ਐਂਟਰੀ ਦਾ ਕਨਸੈਪਟ ਦਿੱਤਾ, ਜਿਸ ਤੋਂ ਅਕਾਊਂਟਿੰਗ ਦਾ ਮੁੱਢ ਵੱਜਿਆ ਅਤੇ ਅਸੀਂ ਹੁਣ ਜਿਹੜੀ ਅਗਲੀ ਅਕਾਊਂਟਿੰਗ ਦੇ ਪੜਾਅ ਵਿੱਚ ਪਹੁੰਚੇ। ਹੁਣ ਸਵਾਲ ਉਤਪੰਨ ਹੁੰਦਾ ਕਿ ਬੁੱਕ ਕੀਪਿੰਗ ਕੀ ਹੈ? ਵਾਟ ਡੂ ਵੀ ਮੀਨ ਬਾਈ ਬੁੱਕ ਕੀਪਿੰਗ? ਬੁੱਕ ਕੀਪਿੰਗ is the art and science of recording business transactions which are of financial nature in a systematic manner in proper set of books in chronological order। ਭਾਵ ਕੀ ਹੈ ਕਿ ਬੁੱਕ ਕੀਪਿੰਗ ਕਲਾ ਅਤੇ ਵਿਗਿਆਨ ਹੈ। ਕਾਹਦੀ ਕਲਾ ਅਤੇ ਵਿਗਿਆਨ ਹੈ? ਇਟ ਇਜ਼ ਐਨ ਆਰਟ ਐਂਡ ਸਾਇੰਸ ਆਫ ਰਿਕਾਰਡਿੰਗ ਬਿਜ਼ਨਸ ਟ੍ਰਾਂਜੈਕਸ਼ਨਸ। ਜਿਹੜੇ ਵਪਾਰ ਦੇ ਲੈਣ ਦੇਣ ਨੇ, ਵਪਾਰ ਦੀਆਂ ਕਿਰਿਆਵਾਂ ਨੇ, ਵਪਾਰ ਦੀਆਂ ਗਤੀਵਿਧੀਆਂ ਨੇ,
ਉਹਨਾਂ ਨੂੰ ਰਿਕਾਰਡ ਕਰਨ ਦੀ ਕਲਾ ਅਤੇ ਵਿਗਿਆਨ ਹੈ। ਕਿਵੇਂ ਕਰਨਾ? ਇਟ ਇਜ਼ ਦਾ ਆਰਟ ਐਂਡ ਸਾਇੰਸ ਆਫ ਰਿਕਾਰਡਿੰਗ ਬਿਜ਼ਨਸ ਟ੍ਰਾਂਜੈਕਸ਼ਨਸ ਵਿਚ ਆਰ ਆਫ ਫਾਈਨੈਂਸ਼ੀਅਲ ਨੇਚਰ। ਕਿਹੜੀਆਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨਾ? ਅਸੀਂ ਸਿਰਫ ਤੇ ਸਿਰਫ ਉਹਨਾਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨਾ ਜਿਹੜੀਆਂ ਫਾਈਨੈਂਸ਼ੀਅਲ ਨੇਚਰ ਦੀਆਂ ਹੈਗੀਆਂ ਨੇ, ਜਿਹੜੀਆਂ ਵਿੱਤ ਸਰੂਪ ਦੀਆਂ ਹੈਗੀਆਂ ਨੇ, ਭਾਵ ਕਿ ਉਹ ਬਿਜ਼ਨਸ ਟ੍ਰਾਂਜੈਕਸ਼ਨਸ ਜਿਨ੍ਹਾਂ ਨੂੰ ਪੈਸਾ ਜਾਂ ਪੈਸੇ ਦੇ ਰੂਪ ਵਿੱਚ ਮਾਪਿਆ ਜਾ ਸਕਦਾ, ਸਿਰਫ ਉਹਨਾਂ ਨੂੰ ਰਿਕਾਰਡ ਕਰਨਾ, ਹੋਰ ਕਿਸੇ ਨੂੰ ਰਿਕਾਰਡ ਨਹੀਂ ਕਰਨਾ। ਯਾਦ ਰੱਖਣਾ, ਬੁੱਕ ਕੀਪਿੰਗ ਦੇ ਵਿੱਚ ਸਿਰਫ ਤੇ ਸਿਰਫ ਉਹੀ ਟ੍ਰਾਂਜੈਕਸ਼ਨਸ ਰਿਕਾਰਡ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਪੈਸੇ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ। ਰਿਕਾਰਡ ਕਿੱਥੇ ਕਰਨੀਆਂ ਨੇ? ਇਨ ਏ ਪ੍ਰੋਪਰ ਸੈੱਟ ਆਫ ਬੁੱਕਸ। ਐ ਨਹੀਂ ਜਿੱਥੇ ਜੀ ਕੀਤਾ ਉੱਥੇ ਕੋਈ ਲਿਖ ਲਿਆ, ਕੋਈ ਇੱਕ ਕਾਪੀ ਤੇ ਲਿਖ ਲਿਆ, ਕੋਈ ਦੂਜੀ ਕਾਪੀ ਤੇ ਲਿਖ ਲਿਆ। ਨਹੀਂ, ਸਾਨੂੰ, ਅਸੀਂ ਅੱਗੇ ਡਿਟੇਲ 'ਚ ਵੀ ਪੜ੍ਹਾਂਗੇ, ਸਾਨੂੰ ਬਿਜ਼ਨਸ ਦੀਆਂ ਵੱਖ-ਵੱਖ ਕਿਤਾਬਾਂ ਦੱਸੀਆਂ ਜਾਣਗੀਆਂ। ਜਰਨਲ ਹੋਏਗੀ, ਲੈਜਰ ਹੋਏਗੀ, ਕੈਸ਼ ਬੁੱਕ ਹੋਏਗੀ, ਪਰਚੇਜ਼ ਬੁੱਕ ਹੋਏਗੀ, ਸੇਲ ਬੁੱਕ ਹੋਏਗੀ। ਇੱਦਾਂ ਦੀਆਂ ਵੱਖ-ਵੱਖ ਕਿਤਾਬਾਂ ਸਾਨੂੰ ਦੱਸੀਆਂ ਜਾਣਗੀਆਂ। ਵੈਸੇ ਤਾਂ ਅੱਜ ਕੱਲ੍ਹ ਬੁੱਕਸ ਰੱਖਣ ਦਾ ਸਿਲਸਿਲਾ ਹੀ ਖਤਮ ਹੋ ਗਿਆ। ਅੱਜ ਕੱਲ੍ਹ ਸਾਰੀ ਅਕਾਊਂਟਿੰਗ ਦੀਆਂ ਕਿਤਾਬਾਂ ਕਿੱਥੇ ਨੇ? ਕੰਪਿਊਟਰ ਦੇ ਵਿੱਚ ਨੇ। ਸਾਰਾ ਕੁਝ ਕੰਪਿਊਟਰ 'ਚ ਹੀ ਰਿਕਾਰਡ ਹੋ ਰਿਹਾ। ਤਾਂ ਕਰਨਾ ਕੀ ਹੈ? ਅਸੀਂ ਆਰਟ ਐਂਡ ਸਾਇੰਸ ਆਫ ਰਿਕਾਰਡਿੰਗ ਬਿਜ਼ਨਸ ਟ੍ਰਾਂਜੈਕਸ਼ਨਸ ਇਨ ਏ ਪ੍ਰੋਪਰ ਸੈੱਟ ਆਫ ਬੁੱਕਸ। ਕਿਹੜੀਆਂ ਟ੍ਰਾਂਜੈਕਸ਼ਨ ਵਿਚ ਆਰ ਆਫ ਫਾਈਨੈਂਸ਼ੀਅਲ ਨੇਚਰ। ਕਰਨਾ ਕਿਵੇਂ? ਸਿਸਟੇਮੈਟਿਕ ਮੈਨਰ, ਇੱਕ ਤਰਤੀਬ ਦੇ ਵਿੱਚ, ਬੇਤਰਤੀਬੇ ਹੋ ਕੇ ਨਹੀਂ ਚੱਲਣਾ। ਐਂ ਨਹੀਂ ਵੀ ਜਦੋਂ ਜੀ ਕੀਤਾ ਕਰ ਲਿਆ, ਜਦੋਂ ਨਹੀਂ ਜੀ ਕੀਤਾ ਨਾ ਕੀਤਾ। ਇਨ ਕਰਨੋਲੋਜੀਕਲ ਆਰਡਰ, ਡੈਫੀਨੇਸ਼ਨ 'ਚ ਮੈਂ ਲਿਖਿਆ ਇਨ ਕਰਨੋਲੋਜੀਕਲ ਆਰਡਰ। ਕਰਨੋਲੋਜੀਕਲ ਆਰਡਰ ਕਿਹੜਾ ਹੁੰਦਾ? ਡੇਟ ਵਾਈਜ਼, ਤਰੀਕ ਅਨੁਸਾਰ, ਕਰਮ ਅਨੁਸਾਰ। ਕਿਵੇਂ? ਜਿਹੜੀ ਕੋਈ 1 ਅਪ੍ਰੈਲ ਦੀ ਟ੍ਰਾਂਜੈਕਸ਼ਨ ਆ ਉਹ ਪਹਿਲੀ ਨੂੰ, ਜਿਹੜੀ ਦੂਜੀ ਦੀ ਆ ਦੂਜੀ ਨੂੰ, ਫਿਰ 4 ਅਪ੍ਰੈਲ, 5 ਅਪ੍ਰੈਲ, 7 ਅਪ੍ਰੈਲ। ਭਾਵ ਕੀ ਹੋ ਗਿਆ ਕਿ ਬੁੱਕ ਕੀਪਿੰਗ ਇੱਕ ਅਜਿਹੀ ਕਲਾ ਅਤੇ ਵਿਗਿਆਨ ਹੈ ਜਿਸ ਵਿੱਚ ਅਸੀਂ ਜਿਹੜੇ ਸਾਡੇ ਵਪਾਰਕ ਲੈਣ ਦੇਣ ਨੇ, ਉਹ ਵਪਾਰਕ ਲੈਣ ਦੇਣ ਜਿਨ੍ਹਾਂ ਨੂੰ ਪੈਸੇ ਦੇ ਰੂਪ ਵਿੱਚ ਮਾਪਿਆ ਜਾ ਸਕਦਾ, ਉਹਨਾਂ ਨੂੰ ਵਪਾਰ ਦੀਆਂ ਪੁਸਤਕਾਂ ਵਿੱਚ ਦਰਜ ਕਰਨਾ ਹੈ, ਇੱਕ ਕਰਮ ਅਨੁਸਾਰ ਦਰਜ ਕਰਨਾ ਹੈ, ਜਿਸ ਨੂੰ ਅਸੀਂ ਬੁੱਕ ਕੀਪਿੰਗ ਆਖ ਦਿੰਦੇ ਹਾਂ। ਬੁੱਕ ਕੀਪਿੰਗ ਬੁਨਿਆਦੀ ਤੌਰ ਤੇ ਅਕਾਊਂਟਿੰਗ ਦੇ ਪੜ੍ਹਨ ਦੀ ਸ਼ੁਰੂਆਤ ਹੈ। ਸੋ ਬੁੱਕ ਕੀਪਿੰਗ ਵਿੱਚ ਸਿਰਫ ਇੱਕੋ ਗੱਲ ਤੇ ਜ਼ੋਰ ਆ, ਧਿਆਨ ਰੱਖਣਾ। ਬੁੱਕ ਕੀਪਿੰਗ ਵਿੱਚ ਸਿਰਫ ਇੱਕੋ ਗੱਲ ਤੇ ਜ਼ੋਰ ਹੈ, ਬੁੱਕ ਕੀਪਿੰਗ ਇਜ਼ ਦਾ ਆਰਟ ਐਂਡ ਸਾਇੰਸ ਆਫ ਰਿਕਾਰਡਿੰਗ। ਮੈਂ ਡਿਸਕਸ ਵੀ ਕਰਾਂਗਾ ਆਰਟ ਕੀ ਹੁੰਦਾ, ਸਾਇੰਸ ਕੀ ਹੁੰਦੀ ਹੈ। ਇੱਥੇ ਨਹੀਂ ਮੈਂ ਕਰਾਂਗਾ, ਇੱਥੇ ਡੈਫੀਨੇਸ਼ਨ ਅੱਗੇ ਜਾ ਕੇ ਕਰੂੰਗਾ। ਅਕਾਊਂਟਿੰਗ ਦੇ ਅੱਗੇ ਵੱਧ ਗੱਲਾਂ ਆਉਣਗੀਆਂ। ਸੋ ਬੁੱਕ ਕੀਪਿੰਗ ਇਜ਼ ਦਾ ਆਰਟ ਆਫ ਰਿਕਾਰਡਿੰਗ, ਕੇਵਲ ਦਰਜ ਕਰਨ ਦੀ ਕਲਾ ਹੈ। ਬਿਜ਼ਨਸ ਦੀਆਂ ਕਿਤਾਬਾਂ ਵਿੱਚ ਜਿਹੜੇ ਲੈਣ ਦੇਣ ਨੇ ਉਹਨਾਂ ਨੂੰ ਅਸੀਂ ਨੋਟ ਕਰੀ ਜਾਣਾ, ਰਿਕਾਰਡ ਕਰੀ ਜਾਣਾ, ਲਿਖੀ ਜਾਣਾ, ਜੋ ਅੱਜ ਦੇ ਸਮੇਂ ਵਿੱਚ ਕੰਪਿਊਟਰ 'ਚ ਕੀਤੇ ਜਾਂਦੇ ਆ। ਵੈਸੇ ਅਜੇ ਵੀ ਬਹੁਤ ਵਪਾਰਕ ਅਦਾਰੇ ਕੈਸ਼ ਬੁੱਕ ਸਿੱਧੀਆਂ ਲਾਈਆਂ ਹੋਈਆਂ ਨੇ। ਤਾਂ ਕੈਸ਼ ਬੁੱਕਸ ਦੇ ਵਿੱਚ, ਲੈਜਰ ਦੇ ਵਿੱਚ, ਜਰਨਲ ਦੇ ਵਿੱਚ ਜਿੰਨੇ ਵੀ ਵਪਾਰਕ ਲੈਣ ਦੇਣ ਨੇ ਉਹਨਾਂ ਨੂੰ ਦਰਜ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਅਸੀਂ ਬੁੱਕ ਕੀਪਿੰਗ ਆਖ ਦਿੰਦੇ ਹਾਂ। ਨੈਕਸਟ ਜੋ ਆਉਂਦਾ ਹੈ ਉਹ ਹੈ ਅਕਾਊਂਟਿੰਗ। ਇਹ ਬੁੱਕ ਕੀਪਿੰਗ ਤੋਂ ਅਗਲੀ ਜਿਹੜੀ ਸਟੇਜ ਬਣ ਜਾਂਦੀ ਆ। ਤੋਂ ਪਹਿਲਾਂ ਮੈਂ ਦੱਸਾਂਗਾ ਅਕਾਊਂਟਿੰਗ ਹੁੰਦੀ ਕੀ ਹੈ। ਅਕਾਊਂਟਿੰਗ ਇਜ਼ ਦਾ ਆਰਟ ਆਫ ਰਿਕਾਰਡਿੰਗ, ਕਲਾਸੀਫਾਈਂਗ ਐਂਡ ਸਮਰਾਈਜ਼ਿੰਗ ਇਨ ਅ ਸਿਗਨੀਫਿਕੈਂਟ ਮੈਨਰ ਐਂਡ ਇਨ ਟਰਮਸ ਆਫ ਮਨੀ ਟ੍ਰਾਂਜੈਕਸ਼ਨਸ ਐਂਡ ਇਵੈਂਟਸ ਵਿਚ ਆਰ in part at least of financial character and interpreting results thereof। ਭਾਵ ਕੀ ਹੈ ਕਿ ਅਕਾਊਂਟਿੰਗ ਦਾ ਏਰੀਆ ਜਿਹੜਾ ਹੈ, ਖੇਤਰ ਜਿਹੜਾ ਹੈ ਉਹ ਵਿਸਤ੍ਰਿਤ ਹੋ ਜਾਂਦਾ ਹੈ। ਬੁੱਕ ਕੀਪਿੰਗ ਦੇ ਵਿੱਚ ਅਸੀਂ ਗੱਲ ਕਰਦੇ ਸੀ ਕੇਵਲ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨ ਦੀ। ਤਾਂ ਅਕਾਊਂਟਿੰਗ ਵੀ ਕੀ ਆ? ਇਟ ਇਜ਼ ਦਾ ਆਰਟ ਆਫ ਰਿਕਾਰਡਿੰਗ। ਇੱਥੋਂ ਤੱਕ ਗੱਲ ਬੁੱਕ ਕੀਪਿੰਗ ਵਾਲੀ ਆ, ਭਾਵ ਇੱਥੋਂ ਤੱਕ ਬੁੱਕ ਕੀਪਿੰਗ ਆ ਗਈ। ਇਹਦੇ ਵਿੱਚ ਵੀ ਇਹੀ ਕਿਹਾ ਗਿਆ ਕਿਹੜੀਆਂ ਟ੍ਰਾਂਜੈਕਸ਼ਨਸ ਰਿਕਾਰਡ ਕਰਨੀਆਂ ਨੇ, ਜਿਹੜੀਆਂ ਫਾਈਨੈਂਸ਼ੀਅਲ ਨੇਚਰ ਦੀਆਂ ਨੇ, ਜਿਨ੍ਹਾਂ ਨੂੰ ਪੈਸੇ ਦੇ ਰੂਪ ਵਿੱਚ ਮਾਪਿਆ ਜਾ ਸਕਦਾ। ਫਿਰ ਅਕਾਊਂਟਿੰਗ 'ਚ ਵੱਧ ਕੀ ਆ ਸਾਡੇ ਕੋਲੇ? ਅਕਾਊਂਟਿੰਗ ਇਜ਼ ਦਾ ਆਰਟ ਆਫ ਰਿਕਾਰਡਿੰਗ। ਅਗਲੀ ਗੱਲ ਆ ਕਲਾਸੀਫਾਈਂਗ, ਉਸ ਦਾ ਵਰਗੀਕਰਨ ਕਰਨਾ। ਪਹਿਲਾਂ ਜਿੰਨੀਆਂ ਟ੍ਰਾਂਜੈਕਸ਼ਨਸ ਹੋਈਆਂ ਉਹਨਾਂ ਨੂੰ ਰਿਕਾਰਡ ਕਰ ਲਿਆ। ਮੈਂ ਇੱਥੇ ਦੱਸ ਦਿੰਦਾ ਕਿ ਰਿਕਾਰਡ ਕਿੱਥੇ ਕਰਨਾ? ਇੱਕ ਜਰਨਲ ਨਾਂ ਦੀ ਕਿਤਾਬ ਦੇ ਵਿੱਚ, ਜਰਨਲ ਨਾਂ ਦੀ ਪੁਸਤਕ ਦੇ ਵਿੱਚ ਉਹਨਾਂ ਨੂੰ ਦਰਜ ਕੀਤਾ ਜਾਏਗਾ। ਦੂਜਾ ਕੰਮ ਕੀ ਆ?
ਉਹਨਾਂ ਦੀ ਕਲਾਸੀਫਿਕੇਸ਼ਨ ਕਰਨਾ, ਉਹਨਾਂ ਦਾ ਵਰਗੀਕਰਨ ਕਰਨਾ। ਵਰਗੀਕਰਨ ਤੋਂ ਭਾਵ ਕੀ ਹੈ? ਇੱਕੋ ਤਰ੍ਹਾਂ ਦੀਆਂ ਟ੍ਰਾਂਜੈਕਸ਼ਨ ਇੱਕ ਜਗ੍ਹਾ ਤੇ ਇਕੱਠੀਆਂ ਕਰ ਲੈਣੀਆਂ, ਉਹਨੂੰ ਅਸੀਂ ਲੈਜਰ ਕਹਿ ਦਿੰਦੇ ਹਾਂ। ਕਿਉਂਕਿ ਲੈਜਰ ਦੇ ਵਿੱਚ ਅਸੀਂ ਵੱਖ-ਵੱਖ ਅਕਾਊਂਟ ਬਣਾਵਾਂਗੇ। ਕਿਵੇਂ ਕਲਾਸੀਫਿਕੇਸ਼ਨ ਕਿਵੇਂ ਹੋਏਗੀ? ਸਪੋਜ਼ ਤੁਸੀਂ ਸੈਲਰੀ ਦੇ ਰਹੇ ਹੋ ਕਿਸੇ ਨੂੰ, ਤਾਂ ਜਿੰਨੀ ਵੀ ਸੈਲਰੀ ਦਿੱਤੀ ਆ ਉਹ ਇੱਕ ਜਗ੍ਹਾ ਤੇ ਸੈਲਰੀ ਇਕੱਠੀ ਹੋਗੀ। ਤੁਸੀਂ ਪਰਚੇਜ਼ ਕਰ ਰਹੇ ਹੋ, ਜਿੰਨੀਆਂ ਪਰਚੇਜ਼ ਸਾਰੇ ਸਾਲ 'ਚ ਕੀਤੀਆਂ ਨੇ ਉਹ ਇੱਕ ਜਗ੍ਹਾ ਤੇ ਪਰਚੇਜ਼ ਇਕੱਠੀਆਂ ਹੋ ਗਈਆਂ। ਜਿੰਨੀ ਸੇਲ ਕੀਤੀ ਆ ਉਹਨੇ ਸੇਲ ਇਕੱਠੇ ਹੋ ਗਏ। ਜਿੰਨਾ ਰੈਂਟ ਦਿੱਤਾ ਰੈਂਟ ਇਕੱਠਾ ਹੋ ਗਿਆ। ਜੇ ਕੋਈ ਵੇਜਸ ਦਿੱਤੇ ਨੇ ਵੇਜਸ ਇਕੱਠੇ ਹੋ ਗਏ। ਭਾਵ ਕਿ ਸਭ ਤੋਂ ਪਹਿਲਾਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨਾ, ਰਿਕਾਰਡ ਕਰਨ ਤੋਂ ਬਾਅਦ ਉਹਨਾਂ ਨੂੰ ਕਲਾਸੀਫਾਈ ਕਰਨਾ। ਕਲਾਸੀਫਾਈ ਕਰਨ ਦਾ ਕੀ ਭਾਵ ਆ? ਅਸੀਂ ਉਹਨਾਂ ਦਾ ਵਰਗੀਕਰਨ ਕਰਨਾ। ਰਿਕਾਰਡ ਕੀਤਾ ਜਾਊਗਾ ਜਰਨਲ ਦੇ ਵਿੱਚ ਤੇ ਵਰਗੀਕਰਨ ਕੀਤਾ ਜਾਊਗਾ ਲੈਜਰ ਦੇ ਵਿੱਚ। ਵਰਗੀਕਰਨ ਕਰਨ ਤੋਂ ਬਾਅਦ ਤੀਜਾ ਕੰਮ ਕੀ ਆ? ਰਿਕਾਰਡਿੰਗ, ਕਲਾਸੀਫਾਈਂਗ ਐਂਡ ਸਮਰਾਈਜ਼ਿੰਗ। ਉਹਨਾਂ ਦੀਆਂ ਸਮਰੀਆਂ ਤਿਆਰ ਕਰਨੀਆਂ, ਉਹਨਾਂ ਦੇ ਸੰਖੇਪ ਵਿਵਰਣ ਤਿਆਰ ਕਰਨੇ। ਕੀ ਭਾਵ ਆ? ਦੇਖੋ ਅਸੀਂ ਰਿਕਾਰਡ ਕਰ ਲਿਆ, ਅਸੀਂ ਅਕਾਊਂਟ ਵੀ ਬਣਾ ਲਏ। ਸਾਰੇ ਸਾਲ ਦੇ ਵਿੱਚ ਸਾਡੇ ਕੋਲ ਇੰਨੀਆਂ ਵੱਡੀਆਂ ਕਿਤਾਬਾਂ ਹੋ ਜਾਣਗੀਆਂ, ਇੰਨੀਆਂ ਟ੍ਰਾਂਜੈਕਸ਼ਨਸ ਹੋ ਜਾਣਗੀਆਂ, ਸਾਨੂੰ ਪਤਾ ਹੀ ਕੁਝ ਨਹੀਂ ਲੱਗਣਾ। ਕਿਉਂਕਿ ਸਾਡਾ ਮਕਸਦ ਇਹ ਤਾਂ ਹੈ ਹੀ ਨਹੀਂ ਨਾ ਵੀ ਅਸੀਂ ਇਕੱਲਾ ਲਿਖਣਾ ਹੀ ਆ, ਵਰਗੀਕਰਨ ਨਹੀਂ ਕਰਨਾ। ਅਸੀਂ ਤਾਂ ਇਹ ਜਾਣਨਾ ਚਾਹੁੰਦੇ ਆ ਕਿ ਸਾਡੇ ਵਪਾਰ ਦੇ ਵਿੱਚ ਸਾਨੂੰ ਕੋਈ ਫਾਇਦਾ ਹੋ ਰਿਹਾ ਨਹੀਂ ਹੋ ਰਿਹਾ, ਕਿ ਘਾਟਾ ਹੀ ਪਈ ਜਾਂਦਾ, ਸਾਡੀ ਵਿਕਰੀ ਠੀਕ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ, ਸਾਡੀ ਖਰੀਦ ਸਹੀ ਕੀਮਤ ਤੇ ਹੋ ਰਹੀ ਹੈ ਕਿ ਨਹੀਂ ਹੋ ਰਹੀ। ਤਾਂ ਸਾਨੂੰ ਤੀਜਾ ਕੰਮ ਕੀ ਕਰਨਾ ਪਊ? ਜੇ ਅਸੀਂ ਉਸ ਨੂੰ ਸਮਝਣਾ, ਜੇ ਅਸੀਂ ਉਹਨਾਂ ਅਕਾਊਂਟ ਨੂੰ ਜਾਣਨਾ, ਸਾਨੂੰ ਉਹਨਾਂ ਦੀਆਂ ਸਮਰੀਆਂ ਤਿਆਰ ਕਰਨੀਆਂ ਪੈਣਗੀਆਂ, ਬਰੀਫ ਸਮਰੀਆਂ ਜਿਹਨਾਂ ਨੂੰ ਕਹਿੰਦੇ ਨੇ। ਸੋ ਤੀਜਾ ਕੰਮ ਹੋ ਗਿਆ ਸਮਰਾਈਜ਼ਿੰਗ। ਇਹ ਸਮਰੀਆਂ ਕਿਵੇਂ ਬਣਾਵਾਂਗੇ ਆਪਾਂ ਅੱਗੇ ਜਾ ਕੇ ਦੇਖਾਂਗੇ। ਵੀ ਅਸੀਂ ਪ੍ਰੋਫਿਟ ਐਂਡ ਲਾਸ ਦਾ ਖਾਤਾ ਬਣਾਵਾਂਗੇ, ਅਸੀਂ ਉਹਨਾਂ ਦੀ ਬੈਲੈਂਸ ਸ਼ੀਟ ਬਣਾਵਾਂਗੇ। ਪ੍ਰੋਫਿਟ ਐਂਡ ਲਾਸ 'ਚ ਅਸੀਂ ਦੇਖਾਂਗੇ ਕਿ ਉਹਨਾਂ ਨੂੰ ਕਿੰਨਾ ਫਾਇਦਾ ਹੋਇਆ ਜਾਂ ਕਿੰਨਾ ਨੁਕਸਾਨ ਹੋਇਆ। ਬੈਲੈਂਸ ਸ਼ੀਟ ਦੇ ਵਿੱਚ ਅਸੀਂ ਦੇਖਾਂਗੇ ਵਪਾਰ ਦੇ ਕੋਲੇ ਕਿੰਨੀਆਂ ਸੰਪਤੀਆਂ ਹੈਗੀਆਂ, ਉਹਨਾਂ ਦੀ ਕਿੰਨੀ ਪੂੰਜੀ ਹੈਗੀ ਆ, ਉਹਨਾਂ ਦੀਆਂ ਕਿੰਨੀਆਂ ਦੇਣਦਾਰੀਆਂ ਹੈਗੀਆਂ ਨੇ। ਸੋ ਅਕਾਊਂਟਿੰਗ 'ਚ ਹੁਣ 3 ਕੰਮ ਹੋ ਗਏ, ਪਹਿਲਾਂ ਰਿਕਾਰਡਿੰਗ, ਫਿਰ ਕਲਾਸੀਫਿਕੇਸ਼ਨ, ਫਿਰ ਸਮਰੀ। ਪਰ ਉਹ ਕਹਿੰਦੇ ਵੀ ਇਹਨਾਂ ਨਾਲ ਵੀ ਗੱਲ ਨਹੀਂ ਬਣਨੀ। ਜੇ ਸਾਨੂੰ ਪਤਾ ਵੀ ਲੱਗ ਗਿਆ ਕਿ ਸਾਨੂੰ ਲਾਸ ਹੋ ਗਿਆ, ਸਾਨੂੰ ਇਹ ਪਤਾ ਨਾ ਲੱਗਿਆ ਕਿ ਲਾਸ ਕਿਉਂ ਹੋਇਆ। ਅਸੀਂ ਤਾਂ ਇਹ ਵੀ ਜਾਣਨਾ ਚਾਹਾਂਗੇ ਨਾ ਕਿ ਸਾਨੂੰ ਲਾਸ ਕਿਉਂ ਹੋਇਆ। ਅਸੀਂ ਉਸ ਲਾਸ ਨੂੰ ਅਲਟੀਮੇਟਲੀ ਪੂਰਤੀ ਕਰਨੀ ਚਾਹਾਂਗੇ, ਅਸੀਂ ਉਸ ਲਾਸ ਨੂੰ ਪ੍ਰੋਫਿਟ 'ਚ ਲੈ ਕੇ ਜਾਣਾ ਚਾਹਾਂਗੇ। ਤਾਂ ਇਸ ਕਰਕੇ ਫਿਰ ਉਹ ਕਹਿੰਦੇ ਆ ਕਿ ਜਿਹੜਾ ਕੁਝ ਰਿਕਾਰਡ ਕੀਤਾ, ਕਲਾਸੀਫਾਈ ਕੀਤਾ, ਸਮਰੀਆਂ ਬਣਾਈਆਂ, ਉਹਦੀ ਇੰਟਰਪ੍ਰੀਟੇਸ਼ਨ ਕਰਨੀ ਆ, ਉਹਦੇ ਰਿਜ਼ਲਟਸ ਦਾ ਮੁਲਾਂਕਣ ਕਰਨਾ। ਜਿਹੜੇ ਨਤੀਜੇ ਆਏ ਨੇ ਸਾਹਮਣੇ ਉਹਨਾਂ ਦਾ ਮੁਲਾਂਕਣ ਕਰਨਾ। ਮੁਲਾਂਕਣ ਕਰਨ ਦੇ ਅਕਾਊਂਟਿੰਗ ਵਿੱਚ ਸਾਨੂੰ ਕਈ ਟੂਲ ਦਿੱਤੇ ਗਏ ਨੇ। ਮੁਲਾਂਕਣ 'ਚ ਅਸੀਂ ਕੀ ਦੇਖਾਂਗੇ ਕਿ ਜੇ ਸਾਨੂੰ ਲਾਭ ਹੋਇਆ ਕਿਉਂ ਹੋਇਆ, ਘੱਟ ਤਾਂ ਨਹੀਂ ਹੋਇਆ, ਕਿਹੜੀ ਦਰ ਨਾਲ ਹੋਇਆ, ਕਿਹੜੇ ਅਨੁਪਾਤ 'ਚ ਹੋਇਆ, ਜੇ ਘਾਟਾ ਪਿਆ ਕਿਉਂ ਪਿਆ, ਜੇ ਸਾਡੇ ਖਰਚੇ ਵਧੇ ਨੇ ਕਿਉਂ ਵਧ ਗਏ, ਜੇ ਸਾਡੀ ਆਮਦਨ ਘਟੀ ਆ ਕਿਉਂ ਘਟੀ ਆ। ਭਾਵ ਕਿ ਅਸੀਂ ਅਕਾਊਂਟਿੰਗ ਦਾ ਜਿਹੜਾ ਇੰਟਰਪ੍ਰੀਟੇਸ਼ਨ ਵਾਲਾ ਪਹਿਲੂ ਹੈ, ਇਹਦੇ ਵਿੱਚ ਅਸੀਂ ਇਹ ਸਾਰਾ ਕੁਝ ਦੇਖਾਂਗੇ ਵਿਸ਼ਲੇਸ਼ਣ ਕਰਕੇ ਕਿ ਸਾਡੇ ਵਪਾਰ ਦੀ ਸਾਰੀ ਸਥਿਤੀ ਜਿਹੜੀ ਆ ਉਹ ਕਿਵੇਂ ਆ। ਸੋ ਹੁਣ ਤੁਹਾਨੂੰ ਮੇਰੇ ਮੁਤਾਬਕ ਇਹ ਗੱਲ ਕਲੀਅਰ ਹੋ ਜਾਣੀ ਚਾਹੀਦੀ ਆ ਕਿ ਅਕਾਊਂਟਿੰਗ ਜਿਹੜੀ ਆ ਉਹ ਬੁੱਕ ਕੀਪਿੰਗ ਨਾਲੋਂ ਵੱਧ ਵਿਸਤ੍ਰਿਤ ਹੈਗੀ ਆ। ਬੁੱਕ ਕੀਪਿੰਗ 'ਚ ਅਸੀਂ ਇਕੱਲੀ ਰਿਕਾਰਡਿੰਗ ਗੱਲ ਕਰਦੇ ਸੀ, ਇਹਦੇ ਵਿੱਚ ਅਸੀਂ ਰਿਕਾਰਡ ਵੀ ਕਰਾਂਗੇ, ਕਲਾਸੀਫਿਕੇਸ਼ਨ ਵੀ ਕਰਾਂਗੇ, ਉਹਨਾਂ ਦੀਆਂ ਸਮਰੀਆਂ ਵੀ ਬਣਾਵਾਂਗੇ, ਉਹਨਾਂ ਦੇ ਰਿਜ਼ਲਟ ਵੀ ਮੁਲਾਂਕਣ ਕਰਾਂਗੇ। ਕਰਨੇ ਕਿਹੜੇ ਨੇ? ਸਿਰਫ ਵਪਾਰਕ ਲੈਣ ਦੇਣਾਂ ਦੇ। ਵਪਾਰਕ ਲੈਣ ਦੇਣ ਲੈਣੇ ਕਿਹੜੇ ਨੇ? ਜਿਨ੍ਹਾਂ ਨੂੰ ਪੈਸੇ ਦੇ ਰੂਪ ਵਿੱਚ ਮਾਪਿਆ ਜਾ ਸਕਦਾ। ਸਪੋਜ਼ ਅਸੀਂ ਕਹਿ ਦਈਏ ਕਿ ਵਪਾਰ ਦਾ ਜਿਹੜਾ ਮੈਨੇਜਰ ਆ ਬੜਾ ਇਮਾਨਦਾਰ ਆ, ਇਮਾਨਦਾਰੀ ਨੂੰ ਪੈਸੇ ਦੇ ਰੂਪ 'ਚ ਮਾਪਿਆ ਨਹੀਂ ਜਾ ਸਕਦਾ। ਅਸੀਂ ਕਹਿ ਦਈਏ ਬੜਾ ਮਿਹਨਤੀ ਆ, ਮਿਹਨਤੀ ਨੂੰ ਪੈਸੇ ਦੇ ਰੂਪ 'ਚ ਨਹੀਂ ਮਾਪਿਆ ਜਾ ਸਕਦਾ। ਅਸੀਂ ਕਹਿ ਦਈਏ ਵਪਾਰ ਦੇ ਵਿੱਚ ਸਾਰੇ ਬਹੁਤ ਜਿਹੜੀ ਆ ਮਿਹਨਤ ਦੇ ਨਾਲ, ਬਹੁਤ ਸ਼ਿੱਦਤ ਦੇ ਨਾਲ, ਬੜੀ ਪ੍ਰੇਰਨਾ ਦੇ ਨਾਲ ਕੰਮ ਕਰ ਰਹੇ ਨੇ, ਇਹਨੂੰ ਮਾਪਿਆ ਨਹੀਂ ਜਾ ਸਕਦਾ। ਵਪਾਰ ਦੇ ਵਿੱਚ ਸਿਰਫ ਤੇ ਸਿਰਫ ਉਹੀ ਜਿਹੜੀਆਂ ਟ੍ਰਾਂਜੈਕਸ਼ਨਸ ਨੇ, ਉਹੀ ਕਿਰਿਆਵਾਂ ਨੂੰ ਨੋਟ ਕੀਤਾ ਜਾਊਗਾ, ਉਹਨਾਂ ਦਾ ਹੀ ਵਰਗੀਕਰਨ ਹੋਊਗਾ ਜਿਨ੍ਹਾਂ ਨੂੰ ਪੈਸੇ ਜਾਂ ਪੈਸੇ ਦੇ ਰੂਪ ਵਿੱਚ ਮਾਪਿਆ ਜਾ ਸਕਦਾ। ਹੁਣ ਅੱਗੇ ਅਸੀਂ ਕਰਾਂਗੇ ਪ੍ਰੋਸੈਸ ਆਫ ਅਕਾਊਂਟਿੰਗ। ਸਾਨੂੰ ਇਹ ਹੁਣ ਤੱਕ ਪਤਾ ਲੱਗ ਗਿਆ ਹੈ ਕਿ ਅਕਾਊਂਟਿੰਗ ਬੇਸਿਕਲੀ ਇੱਕ ਇਨਫੋਰਮੇਸ਼ਨ ਸਿਸਟਮ ਹੈ, ਜਿਸ ਦੇ ਰਾਹੀਂ ਅਸੀਂ ਜਿਹੜੀ ਵੀ ਸਾਰੀ ਸੂਚਨਾ ਰਿਕਾਰਡ ਕਰਦੇ ਹਾਂ, ਦਰਜ ਕਰਦੇ ਹਾਂ, ਸਮਰੀਆਂ ਬਣਾਉਂਦੇ ਹਾਂ, ਨਤੀਜੇ ਕੱਢਦੇ ਹਾਂ, ਉਹ ਬੁਨਿਆਦੀ ਤੌਰ ਤੇ ਅਸੀਂ ਯੂਜ਼ਰਸ ਨੂੰ ਦਿੰਦੇ ਹਾਂ ਜਿਨ੍ਹਾਂ ਨੇ ਇਸ ਨੂੰ ਵਰਤਣਾ ਹੁੰਦਾ। ਉਹ ਵਰਤਣ ਵਾਲੇ
ਇਕਾਕੀ ਵਪਾਰ ਦੇ ਵਿੱਚ, ਛੋਟੇ ਵਪਾਰ ਦੇ ਵਿੱਚ ਇਕੱਲਾ ਮਾਲਕ ਹੋ ਸਕਦੇ ਨੇ, ਪਾਰਟਨਰਸ਼ਿਪ 'ਚ 2-3 ਪਾਰਟਨਰ ਹੋ ਸਕਦੇ ਨੇ, ਕੰਪਨੀ 'ਚ ਸਾਰੇ ਸ਼ੇਅਰ ਹੋਲਡਰ ਵੀ ਹੋ ਸਕਦੇ ਨੇ। ਉਹਨਾਂ ਲੋਕਾਂ ਨੇ ਇਸ ਸੂਚਨਾ ਦੇ ਆਧਾਰ ਤੇ ਆਪਣੇ ਸਾਰੇ ਫੈਸਲੇ ਲੈਣੇ ਹੁੰਦੇ ਨੇ। ਵੈਸੇ ਆਪਾਂ ਡੈਫੀਨੇਸ਼ਨ ਦੇ ਵਿੱਚੋਂ ਸਾਰੀਆਂ ਗੱਲਾਂ ਕਰ ਲਈਆਂ ਨੇ, ਪਰ ਫਿਰ ਵੀ ਮੈਂ ਤੁਹਾਨੂੰ ਇਹ ਪ੍ਰੋਸੈਸ ਜਿਹੜੇ 8 ਸਟੈਪ ਹੈਗੇ ਨੇ ਅਕਾਊਂਟਿੰਗ ਪ੍ਰੋਸੈਸ ਦੇ ਵਿੱਚ, ਉਹ ਤੁਹਾਡੇ ਨਾਲ ਮੈਂ ਡਿਸਕਸ ਕਰਾਂਗਾ। ਪਹਿਲਾ ਸਟੈਪ ਹੈ ਆਈਡੈਂਟੀਫਾਈਂਗ ਦਾ ਬਿਜ਼ਨਸ ਟ੍ਰਾਂਜੈਕਸ਼ਨਸ ਐਂਡ ਈਵੈਂਟਸ। ਇਹ ਪਹਿਚਾਨਣਾ ਕਿ ਵਪਾਰ ਦੀਆਂ ਕਿਹੜੀਆਂ ਟ੍ਰਾਂਜੈਕਸ਼ਨਸ ਹੋਈਆਂ ਨੇ, ਕਿਹੜੇ ਈਵੈਂਟਸ ਹੋਏ ਨੇ। ਭਾਵ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੀ ਵਪਾਰਕ ਟ੍ਰਾਂਜੈਕਸ਼ਨ ਆ। ਜਿਵੇਂ ਤੁਸੀਂ ਕੋਈ ਚੀਜ਼ ਖਰੀਦੀ, ਵਪਾਰਕ ਟ੍ਰਾਂਜੈਕਸ਼ਨ ਆ। ਜਿਵੇਂ ਤੁਸੀਂ ਕੋਈ ਚੀਜ਼ ਵੇਚੀ, ਵਪਾਰਕ ਟ੍ਰਾਂਜੈਕਸ਼ਨ ਆ। ਵਪਾਰ 'ਚ ਫਰਨੀਚਰ ਲੈ ਕੇ ਆਏ, ਵਪਾਰਕ ਟ੍ਰਾਂਜੈਕਸ਼ਨ ਆ। ਵਪਾਰ 'ਚ ਪੂੰਜੀ ਪਾਈ, ਵਪਾਰਕ ਟ੍ਰਾਂਜੈਕਸ਼ਨ ਆ। ਇਸੇ ਤਰ੍ਹਾਂ ਈਵੈਂਟਸ ਕੀ ਨੇ? ਤੁਸੀਂ ਕੋਈ ਰਾ ਮਟੀਰੀਅਲ ਨੂੰ ਜਿਹੜਾ ਹੈ ਫਿਨਿਸ਼ਡ ਪ੍ਰੋਡਕਟ 'ਚ ਬਦਲ ਲਿਆ, ਇਹ ਤੁਹਾਡਾ ਕੀ ਆ? ਇਹ ਬੁਨਿਆਦੀ ਤੌਰ ਤੇ ਅਕਾਊਂਟਿੰਗ ਦੇ ਐਂਗਲ ਤੋਂ ਇੱਕ ਈਵੈਂਟ ਬਣ ਜਾਂਦਾ। ਤਾਂ ਪਹਿਲਾ ਕਦਮ ਕੀ ਆ? ਅਸੀਂ ਇਹ ਪਹਿਚਾਨਣਾ ਹੈਗਾ ਕਿ ਵਪਾਰ ਦੇ ਕਿਹੜੇ ਲੈਣ ਦੇਣ ਨੇ, ਟ੍ਰਾਂਜੈਕਸ਼ਨਸ ਨੇ, ਤੇ ਕਿਹੜੇ ਜਿਹੜੇ ਈਵੈਂਟ ਹੈਗੇ ਨੇ। ਦੂਜਾ ਕੰਮ ਕੀ ਕਰਨਾ? ਜਦੋਂ ਅਸੀਂ ਪਹਿਚਾਨ ਲਿਆ, ਦੈਨ ਉਹਨਾਂ ਨੂੰ ਮੇਜਰ ਕਰਨਾ, ਮੇਜਰਿੰਗ ਦਾ ਆਈਡੈਂਟੀਫਾਈਡ ਟ੍ਰਾਂਜੈਕਸ਼ਨਸ ਐਂਡ ਈਵੈਂਟਸ। ਫਿਰ ਉਹਨਾਂ ਨੂੰ ਮੇਜਰ ਕਰਨਾ। ਮੇਜਰ ਕਿਵੇਂ ਕਰਨਾ? ਸਾਨੂੰ ਬਹੁਤੀਆਂ ਚੀਜ਼ਾਂ ਦਾ ਤਾਂ ਪਤਾ ਹੀ ਹੋਏਗਾ, ਕਿਉਂਕਿ ਮੇਜਰ ਕਿਵੇਂ ਹੋਏਗਾ? ਇੱਕੋ ਇੱਕ ਕਾਮਨ ਮਾਧਿਅਮ ਆ ਕਿਸੇ ਚੀਜ਼ ਨੂੰ ਮੇਜਰ ਕਰਨ ਦਾ। ਉਹ ਕੀ ਆ? ਕਰੰਸੀ, ਮਨੀ। ਮਨੀ ਦੇ ਰੂਪ 'ਚ ਅਸੀਂ ਮੇਜਰ ਕਰਾਂਗੇ। ਅਸੀਂ ਮੇਜਰ ਕਿਵੇਂ? 50,000 ਦੀ ਖਰੀਦ, 40,000 ਦੀ ਵਿਕਰੀ, 5,000 ਦਾ ਰੈਂਟ, 10,000 ਦਾ ਰਾ ਮਟੀਰੀਅਲ ਵਰਤਿਆ। ਅਸੀਂ ਉਹਨੂੰ ਕੀ ਕਰ ਲੈਣਾ? ਮੇਜਰ ਕਰ ਲੈਣਾ ਇਨ ਟਰਮਸ ਆਫ ਮਨੀ। ਪੈਸੇ ਦੇ ਰੂਪ ਵਿੱਚ ਅਸੀਂ ਇਹਨਾਂ ਸਾਰੀਆਂ ਟ੍ਰਾਂਜੈਕਸ਼ਨਸ ਨੂੰ, ਈਵੈਂਟਸ ਨੂੰ ਮਾਪਣਾ। ਜਦੋਂ ਮਾਪ ਲਿਆ, ਫਿਰ ਤੀਜਾ ਸਟੈਪ ਆਏਗਾ ਸਾਡਾ ਰਿਕਾਰਡਿੰਗ ਦਾ ਬਿਜ਼ਨਸ ਟ੍ਰਾਂਜੈਕਸ਼ਨ। ਉਹਨਾਂ ਨੂੰ ਅਸੀਂ ਰਿਕਾਰਡ ਕਰਨਾ। ਰਿਕਾਰਡ ਕਾਹਦੇ 'ਚ ਕਰਨਾ? ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜਰਨਲ ਦੇ ਵਿੱਚ ਰਿਕਾਰਡ ਕਰਨਾ। ਕਰਨਾ ਕਿਵੇਂ ਆ? ਕਰਨੋਲੋਜੀਕਲ ਆਰਡਰ 'ਚ। ਕਰਨੋਲੋਜੀਕਲ ਆਰਡਰ ਕੀ ਆ? ਡੇਟ ਵਾਈਜ਼, ਕਰਮ ਅਨੁਸਾਰ। ਪਹਿਲੀ ਤਰੀਕ ਵਾਲੀ ਪਹਿਲੀ ਨੂੰ, ਦੂਜੀ ਵਾਲੀ ਦੂਜੀ ਨੂੰ, ਤੀਜੀ ਵਾਲੀ ਤੀਜੀ ਨੂੰ, ਚੌਥੀ ਵਾਲੀ ਚੌਥੀ ਨੂੰ। ਇਸੇ ਤਰ੍ਹਾਂ ਜਿਹੜਾ ਹੈ ਇੱਕ ਕਰਮ ਦੇ ਵਿੱਚ, ਇੱਕ ਤਰੀਕ ਦੇ ਵਿੱਚ, ਇੱਕ ਤਰਤੀਬ ਦੇ ਵਿੱਚ ਅਸੀਂ ਸਾਰੇ ਵਪਾਰਕ ਜਿਹੜੇ ਟ੍ਰਾਂਜੈਕਸ਼ਨਸ ਨੇ, ਈਵੈਂਟਸ ਨੇ, ਉਹਨਾਂ ਨੂੰ ਰਿਕਾਰਡ ਕਰਦੇ ਜਾਵਾਂਗੇ। ਇਹ ਰਿਕਾਰਡ ਕਰਨੇ ਕਿੱਥੇ ਨੇ? ਜਰਨਲ ਨਾਂ ਦੀ ਪੁਸਤਕ ਦੇ ਵਿੱਚ। ਅਗਲਾ ਕੰਮ ਸਾਡਾ ਆਊਗਾ ਫਿਰ ਇਸ ਤੋਂ ਬਾਅਦ ਕਲਾਸੀਫਿਕੇਸ਼ਨ ਕਰਨੀ। ਮੈਂ ਤੁਹਾਨੂੰ ਦੱਸ ਚੁੱਕਿਆ ਡੈਫੀਨੇਸ਼ਨ ਦੇ ਵਿੱਚ। ਉਹਨਾਂ ਦਾ ਵਰਗੀਕਰਨ ਕਰਨਾ। ਭਾਵ ਇੱਕੋ ਤਰ੍ਹਾਂ ਦੀਆਂ ਟ੍ਰਾਂਜੈਕਸ਼ਨਸ ਨੂੰ ਇੱਕ ਜਗ੍ਹਾ ਇਕੱਠੀਆਂ ਕਰ ਲੈਣੀਆਂ, ਉਹ ਵਰਗੀਕਰਨ। ਤੇ ਵਰਗੀਕਰਨ ਦੇ ਲਈ ਸਾਨੂੰ ਕਿਤਾਬ ਦਿੱਤੀ ਹੋਈ ਆ, ਜਿਹੜੀ ਦੱਸੀ ਹੋਈ ਆ, ਉਹ ਲੈਜਰ ਹੈ। ਲੈਜਰ ਦੇ ਵਿੱਚ ਤੁਸੀਂ ਵੱਖ-ਵੱਖ ਅਕਾਊਂਟ ਬਣਾ ਕੇ ਅਸੀਂ ਹਰ ਟ੍ਰਾਂਜੈਕਸ਼ਨ ਨੂੰ ਵਰਗੀਕਰਨ ਕਰ ਲਵਾਂਗੇ। ਸੈਲਰੀ ਇੱਕ ਜਗ੍ਹਾ ਤੇ ਇਕੱਠੀ, ਪਰਚੇਜ਼ ਇੱਕ ਜਗ੍ਹਾ ਤੇ ਇਕੱਠੀ, ਫਰਨੀਚਰ ਇੱਕ ਜਗ੍ਹਾ ਤੇ ਇਕੱਠਾ, ਹੋਰ ਐਸੈਟਸ ਇੱਕ ਜਗ੍ਹਾ ਤੇ ਇਕੱਠੀਆਂ, ਸੇਲ ਇੱਕ ਜਗ੍ਹਾ ਤੇ ਇਕੱਠੀ, ਰੈਂਟ ਇੱਕ ਜਗ੍ਹਾ ਤੇ, ਵੇਜਸ ਐਂਡ ਸੋ ਔਨ। ਬੜੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਕਲਾਸੀਫਾਈ ਕਰਨਾ। ਕਿਹਦੇ ਵਿੱਚ ਕਰਨਾ? ਯਾਦ ਰੱਖਣਾ, ਲੈਜਰ ਦੇ ਵਿੱਚ। ਕਲਾਸੀਫਿਕੇਸ਼ਨ ਤੋਂ ਬਾਅਦ ਫਿਰ ਭਾਈ ਉਹਨਾਂ ਦੀਆਂ ਬਣਾਉਣੀਆਂ ਨੇ ਸਮਰੀਆਂ। ਸਮਰੀਆਂ ਕਰਨੀਆਂ, ਕਿਉਂਕਿ ਬਹੁਤ ਜ਼ਿਆਦਾ ਟ੍ਰਾਂਜੈਕਸ਼ਨਸ ਹੋ ਜਾਣਗੀਆਂ, ਬੜਾ ਘੇਰਾ ਵਿਸ਼ਾਲ ਹੋ ਜੂ, ਵੱਡੀਆਂ ਵੱਡੀਆਂ ਕਿਤਾਬਾਂ ਹੋ ਜਾਣਗੀਆਂ। ਫਿਰ ਅਸੀਂ ਉਹਨਾਂ ਦੀਆਂ ਬਰੀਫ ਸਮਰੀਆਂ ਬਣਾਉਣੀਆਂ, ਤਾਂ ਜੋ ਸਾਨੂੰ ਛੋਟੀ ਜਿਹੀ ਸਮਰੀ 'ਚੋਂ ਸਾਰਾ ਪਤਾ ਲੱਗ ਜੇ ਕਿ ਵਪਾਰ ਦਾ ਰਿਜ਼ਲਟ ਕੀ ਆ। ਸਮਰੀਆਂ ਅਸੀਂ ਕਿਵੇਂ ਬਣਾਵਾਂਗੇ? ਅਸੀਂ ਟ੍ਰੇਡਿੰਗ ਅਕਾਊਂਟ ਬਣਾਉਣੇ ਹੁੰਦੇ ਆ, ਅਸੀਂ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਵਾਂਗੇ, ਅਸੀਂ ਬੈਲੈਂਸ ਸ਼ੀਟ ਬਣਾਵਾਂਗੇ, ਅਸੀਂ ਇਨਕਮ ਸਟੇਟਮੈਂਟ ਬਣਾਵਾਂਗੇ। ਇਹ ਸਾਰੀਆਂ ਸਟੇਟਮੈਂਟ ਕੀ ਨੇ? ਇਹ ਸਾਨੂੰ ਬਰੀਫ ਦੇ ਵਿੱਚ ਦੱਸ ਦੇਣਗੀਆਂ। ਪ੍ਰੋਫਿਟ ਐਂਡ ਲਾਸ ਅਕਾਊਂਟ ਸਾਨੂੰ ਸੰਖੇਪ ਰੂਪ ਦੇ ਵਿੱਚ ਸਾਡੇ ਸਾਹਮਣੇ ਲਿਆ ਕੇ ਧਰ ਦੂ ਕਿ ਤੁਹਾਨੂੰ ਸਾਲ 'ਚ ਪ੍ਰੋਫਿਟ ਹੋਇਆ ਜਾਂ ਲਾਸ ਹੋਇਆ, ਕਿੰਨਾ ਪ੍ਰੋਫਿਟ ਹੋਇਆ। ਸਾਨੂੰ ਪਤਾ ਲੱਗ ਜੂ ਕਿੰਨਾ ਰੈਂਟ ਪਿਆ, ਕਿੰਨੇ ਖਰਚੇ ਪਏ ਨੇ, ਕਿੰਨੀਆਂ ਸਾਡੀਆਂ ਆਮਦਨਾਂ ਆਈਆਂ। ਇਹ ਪ੍ਰੋਫਿਟ ਐਂਡ ਲਾਸ ਤੋਂ ਪਤਾ ਲੱਗ ਜੂ। ਇੱਕ ਅਸੀਂ ਬੈਲੈਂਸ ਸ਼ੀਟ ਬਣਾਵਾਂਗੇ। ਬੈਲੈਂਸ ਸ਼ੀਟ ਤੋਂ ਸਾਨੂੰ ਪਤਾ ਲੱਗ ਜੂ ਸਾਡੀਆਂ ਸੰਪਤੀਆਂ ਕਿੰਨੀਆਂ ਨੇ, ਸਾਡੀ ਪੂੰਜੀ ਕਿੰਨੀ ਆ, ਸਾਡੀਆਂ ਦੇਣਦਾਰੀਆਂ ਕਿੰਨੀਆਂ ਨੇ, ਸਾਡੇ ਡੈਟਰ ਕਿੰਨੇ ਨੇ ਜਿਨ੍ਹਾਂ ਤੋਂ ਅਸੀਂ ਲੈਣੇ ਨੇ, ਸਾਡੇ ਕ੍ਰੈਡੀਟਰ ਕਿੰਨੇ ਨੇ ਜਿਨ੍ਹਾਂ ਨੂੰ ਅਸੀਂ ਪੈਸੇ ਦੇਣੇ ਨੇ। ਤਾਂ ਅਗਲਾ ਕਦਮ ਪੰਜਵਾਂ ਕਦਮ ਕੀ ਹੋ ਗਿਆ? ਉਹਨਾਂ ਦੀਆਂ ਸਮਰੀਆਂ ਬਣਾਉਣੀਆਂ। 6ਵਾਂ ਸਟੈਪ ਹੈਗਾ ਸਮਰੀਆਂ ਬਣਾ ਲੀਆਂ, ਅਸੀਂ ਉਹਨਾਂ ਦਾ ਐਨਾਲਿਸਿਸ ਕਰਨਾ ਹੈ। ਜਿੰਨੇ ਵੀ ਬਿਜ਼ਨਸ ਟ੍ਰਾਂਜੈਕਸ਼ਨਸ ਹੈਗੇ ਨੇ ਉਹਨਾਂ ਨੂੰ ਐਨਾਲਿਸਿਸ ਕਰਨਾ। ਐਨਾਲਿਸਿਸ ਕਿਵੇਂ ਕਰਾਂਗੇ? ਕਿ ਸਾਡੀ ਸਪੋਜ਼ ਸੇਲ ਆ, ਕਿ ਸੇਲ ਓਵਰ ਦਾ ਪੀਰੀਅਡ ਵੱਧ ਰਹੀ ਹੈ ਕਿ ਨਹੀਂ। 1 ਅਪ੍ਰੈਲ ਤੋਂ ਲੈ ਕੇ 31 ਦਸੰਬਰ ਤੱਕ ਸੇਲ ਕਿਵੇਂ ਵਧੀ, ਖਰੀਦ ਕਿਵੇਂ ਵਧੀ,
ਖਰਚੇ ਕਿਵੇਂ ਵਧੇ, ਆਮਦਨ ਕਿਵੇਂ ਵਧੀ, ਇਹ ਸਾਰਾ ਕੁਝ ਅਸੀਂ ਐਨਾਲਿਸਿਸ ਦੇ ਵਿੱਚ ਕਰਾਂਗੇ। ਜਦੋਂ ਅਸੀਂ ਟ੍ਰਾਂਜੈਕਸ਼ਨ ਦਾ ਐਨਾਲਿਸਿਸ ਕਰ ਲਿਆ, ਫਿਰ ਅਗਲਾ ਕੰਮ ਆ ਅਸੀਂ ਰਿਜ਼ਲਟਸ ਦੀ ਇੰਟਰਪ੍ਰੀਟੇਸ਼ਨ ਕਰਨੀ, ਰਿਜ਼ਲਟਸ ਦਾ ਮੁਲਾਂਕਣ ਕਰਨਾ, ਉਹ ਤੋਂ ਨਤੀਜੇ ਕੱਢਣੇ। ਐਨਾਲਿਸਿਸ ਵੀ ਕਰ ਲਿਆ ਕਿ ਸੇਲ ਆਏ ਵਧੀ, ਹੁਣ ਨਤੀਜਾ ਕੀ ਕੱਢਾਂਗੇ। ਸਪੋਜ਼ ਅਸੀਂ ਕਹਿ ਦਈਏ ਕਿ 1 ਅਪ੍ਰੈਲ ਤੋਂ ਲੈ ਕੇ 31 ਦਸੰਬਰ ਤੱਕ ਸਾਡੀ ਵਿਕਰੀ ਵਿੱਚ 20% ਵਾਧਾ ਹੋਇਆ, ਤਾਂ ਸਾਡਾ ਨਤੀਜਾ ਨਿਕਲੂ ਕਿ ਸਾਡਾ ਵਪਾਰ ਸਹੀ ਦਿਸ਼ਾ ਵਿੱਚ ਚੱਲ ਰਿਹਾ, ਕਿਉਂਕਿ ਸਾਡੀ ਸੇਲ ਇੱਕ ਨਿਸ਼ਚਿਤ ਅਨੁਪਾਤ ਨਾਲ ਵੱਧ ਰਹੀ ਹੈ। ਜੇ ਸਾਡੇ ਖਰਚੇ ਜ਼ਿਆਦਾ ਵੱਧ ਗਏ, ਅਸੀਂ ਨਤੀਜਾ ਕੱਢਾਂਗੇ ਕਿ ਸਾਡੇ ਵਪਾਰ ਦੇ ਖਰਚੇ ਜ਼ਿਆਦਾ ਪੈ ਰਹੇ ਨੇ, ਤਾਂ ਸਾਨੂੰ ਇਹ ਹੁਣ ਦੇਖਣਾ ਪਊ ਅਸੀਂ ਕਿਹੜੇ-ਕਿਹੜੇ ਖਰਚੇ ਘਟਾ ਸਕਦੇ ਹਾਂ ਤਾਂ ਜੋ ਬਿਜ਼ਨਸ ਦੀ ਆਮਦਨ ਵੱਧ ਸਕੇ। ਤੇ ਲਾਸਟ ਸਟੈਪ ਕੀ ਹੈ ਅਕਾਊਂਟਿੰਗ ਪ੍ਰੋਸੈਸ ਦੇ ਵਿੱਚ? ਲਾਸਟ ਹੈਗਾ ਜਿਹੜੇ ਤੁਸੀਂ ਰਿਜ਼ਲਟ ਕੱਢੇ ਨੇ ਉਹਨਾਂ ਨੂੰ ਦੇਣਾ। ਕਿਹਨੂੰ ਦੇਣਾ? ਯੂਜ਼ਰਸ ਨੂੰ, ਜਿਨ੍ਹਾਂ ਨੂੰ ਉਹ ਚਾਹੀਦੇ ਨੇ, ਜਿਨ੍ਹਾਂ ਨੇ ਫੈਸਲੇ ਲੈਣੇ ਨੇ, ਜਿਨ੍ਹਾਂ ਨੇ ਸਾਰੇ ਰਿਜ਼ਲਟਸ ਨੂੰ ਲਾਗੂ ਕਰਨਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਉਹ ਇਕੱਲਾ ਮਾਲਕ ਵੀ ਹੋ ਸਕਦਾ, ਉਹ ਪਾਰਟਨਰਸ਼ਿਪ ਫਰਮ ਦੇ ਸਾਂਝੇਦਾਰ ਵੀ ਹੋ ਸਕਦੇ ਨੇ, ਉਹ ਕੰਪਨੀ ਦੇ ਡਾਇਰੈਕਟਰ ਵੀ ਹੋ ਸਕਦੇ ਨੇ, ਉਹ ਸ਼ੇਅਰ ਹੋਲਡਰ ਵੀ ਹੋ ਸਕਦੇ ਨੇ। ਉਹਨਾਂ ਨੂੰ ਉਹ ਸਾਰੀ ਸੂਚਨਾ ਦੇ ਦੇਣੀ ਆ, ਜਿਹਦੇ ਆਧਾਰ ਤੇ ਉਹ ਸਾਰੇ ਫੈਸਲੇ ਲੈ ਲੈਣਗੇ। ਅਗਲੀ ਸਾਡੀ ਜੋ ਟਰਮ ਹੈ ਉਹ ਹੈ ਅਕਾਊਂਟੈਂਸੀ। ਆਮ ਤੌਰ ਤੇ ਜਿਹੜੇ ਬਹੁਤੇ ਲੋਕ ਨੇ ਉਹ ਅਕਾਊਂਟਿੰਗ ਤੇ ਅਕਾਊਂਟੈਂਸੀ ਨੂੰ ਇੱਕ ਦੂਜੇ ਦੇ ਨਾਲ ਹੀ ਵਰਤੀ ਜਾ ਰਹੇ ਨੇ, ਕਾਮਨ ਯੂਜ਼ ਕਰ ਰਹੇ ਨੇ। ਇਹ ਸਮਝਿਆ ਜਾਂਦਾ ਕਿ ਅਕਾਊਂਟਿੰਗ ਤੇ ਅਕਾਊਂਟੈਂਸੀ ਵਿੱਚ ਕੋਈ ਫਰਕ ਨਹੀਂ ਹੈ, ਪਰ ਇਹਦੇ ਵਿੱਚ ਵੀ ਇੱਕ ਜਿਹੜਾ ਬੜਾ ਸਪਸ਼ਟ ਫਰਕ ਹੈਗਾ। ਬੁਨਿਆਦੀ ਤੌਰ ਤੇ ਅਕਾਊਂਟੈਂਸੀ ਕੀ ਹੈ? ਅਕਾਊਂਟੈਂਸੀ ਇਜ਼ ਦ ਆਰਟ ਐਂਡ ਪ੍ਰੈਕਟਿਸ ਆਫ ਅਕਾਊਂਟਿੰਗ। ਤਾਂ ਬੇਸਿਕਲੀ ਅਕਾਊਂਟੈਂਸੀ ਇੱਕ ਪ੍ਰੋਫੈਸ਼ਨ ਹੈ। ਅਕਾਊਂਟੈਂਸੀ ਐਜ਼ ਏ ਪ੍ਰੋਫੈਸ਼ਨ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਅਕਾਊਂਟੈਂਸੀ ਦਾ ਪ੍ਰੋਫੈਸ਼ਨ ਕਹਿੰਦੇ ਹਾਂ। ਜਿਵੇਂ ਵਕੀਲ ਹੈਗੇ ਨੇ, ਜਿਵੇਂ ਆਰਕੀਟੈਕਟ ਹੈਗੇ ਨੇ, ਜਿਵੇਂ ਡਾਕਟਰ ਹੈਗੇ ਨੇ, ਉਸੇ ਤਰ੍ਹਾਂ ਜਿਹੜੀ ਸਾਡੀ ਅਕਾਊਂਟੈਂਸੀ ਹੈ ਉਹ ਕੀ ਆ? ਪ੍ਰੋਫੈਸ਼ਨ ਹੈਗੀ ਆ। ਤਾਂ ਜਿਹੜੇ ਅਕਾਊਂਟੈਂਟ ਨੇ ਦੇ ਬੇਸਿਕਲੀ ਗੋ ਫਾਰ ਦਾ ਡਿਸਿਪਲਿਨ ਆਫ ਅਕਾਊਂਟੈਂਸੀ। ਉਹ ਅਕਾਊਂਟੈਂਸੀ ਦਾ ਡਿਸਿਪਲਿਨ ਜਿਹੜਾ ਹੈ ਫੋਲੋ ਕਰਦੇ ਨੇ। ਤੇ ਅਕਾਊਂਟੈਂਟ ਜਿਹੜੇ ਨੇ ਦੇ ਆਰ ਪ੍ਰੋਫੈਸ਼ਨਲਸ ਲਾਈਕ ਲਾਇਰਸ, ਲਾਈਕ ਐਡਵੋਕੇਟਸ, ਲਾਈਕ ਡਾਕਟਰਸ, ਲਾਈਕ ਆਰਕੀਟੈਕਟਸ। ਸੋ ਇਹਨਾਂ ਤਿੰਨਾਂ ਟਰਮਸ ਦੇ ਵਿੱਚ ਜਿਹੜੀ ਇਹ ਗੱਲ ਚੱਲਦੀ ਹੈ। ਸੋ ਪਿਆਰੇ ਵਿਦਿਆਰਥੀਓ, ਇਸ ਨਾਲ ਇਹ ਪਹਿਲਾ ਲੈਕਚਰ ਸਮਾਪਤ ਹੁੰਦਾ। ਅਗਲੇ ਲੈਕਚਰ ਦੇ ਵਿੱਚ ਆਪਾਂ ਇਸ ਚੈਪਟਰ ਦੀਆਂ ਇੰਟਰੋਡਕਸ਼ਨ ਵਾਲੇ ਦੀਆਂ ਹੋਰ ਜੋ ਵਿਸ਼ੇਸ਼ ਗੱਲਾਂ ਨੇ ਉਹਨਾਂ ਦੇ ਬਾਰੇ ਜਾਣਾਂਗੇ। ਧੰਨਵਾਦ। ਸਟੇ ਹੈਪੀ, ਸਟੇ ਬਲੈਸਡ। ਮਿਹਨਤ ਕਰਦੇ ਰਹੋ, ਸਮਝਦੇ ਰਹੋ। ਅਕਾਊਂਟੈਂਸੀ, ਅਕਾਊਂਟਿੰਗ, ਬੁੱਕ ਕੀਪਿੰਗ ਕੋਈ ਔਖੀ ਚੀਜ਼ ਨਹੀਂ। ਜਿੰਨਾ ਪੜ੍ਹੋਗੇ, ਜਿੰਨੀ ਮਿਹਨਤ ਕਰੋਗੇ, ਓਨਾ ਹੀ ਇਹ ਹੋਰ ਤੁਹਾਨੂੰ ਬਿਹਤਰ ਸਮਝ ਆਵੇਗੀ। ਬਹੁਤ ਬਹੁਤ ਧੰਨਵਾਦ।